ਜਦ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਆ ਗਏ ਸਨ ਤਾਂ ਕੁਝ ਦਿਨ ਇਕਾਂਤ ਵਿੱਚ ਬੈਠ ਕੇ ਬਤੀਤ ਹੋ ਗਏ। ਤਾਂ ਆਪ ਜੀ ਨੇ ਵਿਚਾਰ ਕੀਤਾ ਕਿ ਜਿਸ ਤਰ੍ਹਾਂ ਹੋਰ ਸਾਰੇ ਸਿੱਖ ਗੁਰੂ ਜੀ ਦੀ ਕਈ ਪ੍ਰਕਾਰ ਦੀ ਸੇਵਾ ਕਰਦੇ ਹਨ, ਮੈਨੂੰ ਵੀ ਕਰਨੀ ਚਾਹੀਦੀ ਹੈ। ਸੋ ਭਾਈ ਬੁੱਢਾ ਜੀ ਤੋਂ ਆਗਿਆ ਲੈ ਕੇ ਆਪ ਜੀ ਲੰਗਰ ਵਾਸਤੇ ਜਲ ਢੋਣ ਦੀ ਸੇਵਾ ਕਰਨ ਲੱਗ ਪਏ। ਸਾਰਾ ਦਿਨ ਜਲ ਦੀਆਂ ਗਾਗਰਾਂ ਢੋ ਢੋ ਕੇ ਲੰਗਰ ਦੇ ਛਕਣ ਵਾਸਤੇ ਅਤੇ ਵਰਤਣ ਵਾਸਤੇ ਲਿਆਈ ਜਾਂਦੇ। ਅੰਮ੍ਰਿਤ ਵੇਲੇ ਜਦ ਸ੍ਰੀ ਗੁਰੂ ਅੰਗਦ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੁੰਦਾ ਤਾਂ ਆਪ ਜੀ ਉਸ ਸਮੇਂ ਤੋਂ ਪਹਿਲੇ ਹੀ ਉੱਠ ਕੇ ਬਹੁਤ ਗਾਗਰਾਂ ਅਤੇ ਘੜੇ ਪਾਣੀ ਦੇ ਭਰ ਕੇ ਰੱਖ ਦਿੰਦੇ। ਪਹਿਲਾਂ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ, ਫਿਰ ਕੱਪੜੇ ਧੋ ਕੇ ਸੁਕਾ ਕੇ ਗੁਰੂ ਜੀ ਨੂੰ ਪਹਿਨਾਉਂਦੇ। ਉਪਰੰਤ ਆਪ ਜੀ ਇਕਾਂਤ ਹੋ ਕੇ ਸਤਿਗੁਰ ਜੀ ਦੀ ਮੂਰਤੀ ਦਾ ਧਿਆਨ ਧਰ ਕੇ ਬੈਠ ਜਾਂਦੇ। ਆਪ ਜੀ ਸੇਵਾ ਵਿੱਚ ਇਸ ਤਰ੍ਹਾਂ ਤਤਪਰ ਹੋ ਗਏ ਕਿ ਆਪ ਜੀ ਨੂੰ ਆਪਣੇ ਖਾਣ ਪੀਣ ਜਾਂ ਕੱਪੜੇ ਪਹਿਨਣ ਦੀ ਵੀ ਕੋਈ ਲਾਲਸਾ ਨਾ ਰਹੀ। ਜਦ 1 ਸਾਲ ਇਸ ਤਰ੍ਹਾਂ ਬੀਤ ਗਿਆ ਤਾਂ ਆਪ ਜੀ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਅਤੇ ਸਰੀਰ ਦੇ ਕੱਪੜੇ ਵੀ ਪੁਰਾਣੇ ਹੋ ਗਏ। 1 ਸਾਲ ਉਪਰੰਤ ਗੁਰੂ ਜੀ ਨੇ ਆਪ ਜੀ ਨੂੰ 1.5 ਗਜ ਰੁਮਾਲ ਦਿੱਤਾ, ਜੋ ਆਪ ਜੀ ਨੇ ਗੁਰੂ ਜੀ ਵੱਲੋਂ ਪ੍ਰਸ਼ਾਦ ਸਮਝ ਕੇ ਸਿਰ ਤੇ ਲਪੇਟ ਲਿਆ। ਆਪ ਜੀ 72 ਸਾਲ ਦੀ ਉਮਰ ਵਿੱਚ ਗੁਰੂ ਜੀ ਪਾਸ ਆਏ ਸਨ। ਭਾਵੇਂ ਆਪ ਜੀ ਦਾ ਸਰੀਰ ਬ੍ਰਿਧ ਹੋ ਗਿਆ ਸੀ, ਪਰ ਸੇਵਾ ਬੜੇ ਉਤਸ਼ਾਹ ਤੇ ਉਦਮ ਨਾਲ ਕਰਦੇ ਸਨ। ਗਾਗਰਾਂ ਢੋ ਕੇ ਪਾਣੀ ਦੀ ਤੋਟ ਨਹੀਂ ਆਉਣ ਦਿੰਦੇ ਸਨ। ਆਪਣੇ ਬ੍ਰਿਧ ਸਰੀਰ ਤੇ ਕੁਟੁੰਬ ਦੀ ਕੋਈ ਪਰਵਾਹ ਨਹੀਂ ਸਨ ਕਰਦੇ। ਸਰੀਰ ਕਰਕੇ ਗੁਰੂ ਜੀ ਦੀ ਸੇਵਾ ਕਰਦੇ ਸਨ ਅਤੇ ਮਨ ਕਰਕੇ ਸਦਾ ਚਿੰਤਨ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਆਪ ਜੀ ਨੂੰ ਆਪਣੀ ਮਾਣ ਵਡਿਆਈ ਦਾ ਹੰਕਾਰ ਅਤੇ ਪਰਿਵਾਰ ਦਾ ਮੋਹ ਤਿਆਗ ਕੇ ਰਾਤ ਦਿਨ ਗੁਰੂ ਜੀ ਦੀ ਸੇਵਾ ਵਿੱਚ ਮਗਨ ਰਹਿੰਦੇ ਸਨ। ਜਦ ਦੂਸਰਾ ਸਾਲ ਬਤੀਤ ਹੋ ਗਿਆ ਤਾਂ ਸ੍ਰੀ ਗੁਰੂ ਜੀ ਨੇ ਆਪ ਜੀ ਨੂੰ ਫਿਰ 1 ਰੁਮਾਲ ਦਿੱਤਾ, ਜਿਸ ਨੂੰ ਆਪ ਜੀ ਨੇ ਪਹਿਲਾਂ ਵਾਂਗੂ ਹੀ ਗੁਰੂ ਜੀ ਦੀ ਬਖਸ਼ਿਸ਼ ਜਾਣ ਕੇ ਸਤਿਕਾਰ ਨਾਲ ਲਪੇਟ ਲਿਆ। ਗੁਰੂ ਜੀ ਦੀ ਇਸ ਬਖਸ਼ਿਸ਼ ਨੂੰ ਸਦਾ ਹੀ ਸੀਸ ਉੱਤੇ ਰੱਖਣ ਵਾਸਤੇ ਆਪ ਜੀ ਉੱਪਰ ਰੱਸੀ ਨਾਲ ਕੱਸ ਕੇ ਬੰਨ੍ਹ ਲੈਂਦੇ ਅਤੇ ਕਿਸੇ ਸਮੇਂ ਵੀ ਸਿਰ ਤੋਂ ਨਾ ਉਤਾਰਦੇ। ਜਿਉਂ-ਜਿਉਂ ਆਪ ਜੀ ਦੀ ਉਮਰ ਘਟਦੀ ਜਾਂਦੀ ਸੀ, ਤਿਉਂ-ਤਿਉਂ ਆਪ ਜੀ ਦਾ ਪ੍ਰੇਮ ਵੱਧਦਾ ਜਾਂਦਾ ਸੀ। ਤੀਸਰੇ ਸਾਲ ਫਿਰ ਜਦ ਗੁਰੂ ਜੀ ਨੇ ਆਪ ਜੀ ਨੂੰ 1.5 ਗਜ ਦਾ ਰੁਮਾਲ ਦਿੱਤਾ ਤਾਂ ਆਪ ਜੀ ਨੇ ਉਸ ਨੂੰ ਵੀ ਪਹਿਲੇ 2 ਰੁਮਾਲਾਂ ਉੱਪਰ ਲਪੇਟ ਕੇ ਰੱਸੀ ਨਾਲ ਬੰਨ੍ਹ ਲਿਆ। ਸੇਵਾ ਵਿੱਚ ਲੱਗ ਕੇ ਆਪ ਜੀ ਨੂੰ ਆਪਣੇ ਸਰੀਰ ਦੀ ਸੁੱਧ ਵੀ ਭੁੱਲੀ ਹੋਈ ਸੀ। ਆਪ ਜੀ ਦੇ ਹੱਥ ਪੈਰ ਫਟ ਗਏ ਅਤੇ ਆਪਣੇ ਰੰਗ ਤੋਂ ਬੇਰੰਗ ਹੋ ਗਏ। ਪਹਿਰ ਰਾਤ ਰਹਿੰਦੀ ਉੱਠ ਕੇ ਆਪ ਜੀ ਪਾਣੀ ਦੀ ਗਾਗਰ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ, ਚਰਨ ਧੋਂਦੇ ਅਤੇ ਕੱਪੜੇ ਧੋ ਕੇ ਫਿਰ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਬੈਠ ਜਾਂਦੇ। ਉਪਰੰਤ ਲੰਗਰ ਵਾਸਤੇ ਪਾਣੀ ਦੇ ਘੜੇ ਭਰ ਕੇ ਰੱਖਦੇ, ਲੰਗਰ ਵਾਸਤੇ ਲੱਕੜਾਂ ਲਿਆਉਂਦੇ, ਲੋਹਾਂ ਹੇਠ ਅੱਗ ਬਾਲਦੇ, ਲੱਕੜਾਂ ਝੋਕਦੇ ਅਤੇ ਫਿਰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਦੇ। ਪ੍ਰਸ਼ਾਦਾ ਛਕ ਕੇ ਲੰਗਰ ਦੇ ਭਾਂਡੇ ਮਾਂਜਦੇ। ਗਰਮੀ ਦਾ ਮੌਸਮ ਹੋਵੇ ਤਾਂ ਪੱਖਾ ਚੱਲਦੇ। ਗੁਰੂ ਜੀ ਦੇ ਵਿਸਰਾਮ ਵਾਸਤੇ ਆਪ ਜੀ ਦਾ ਪਲੰਗ ਵਿਛਾਉਂਦੇ ਅਤੇ ਮੁੱਠੀ ਚਾਪੀ ਦੀ ਸੇਵਾ ਕਰਕੇ ਆਪ ਜੀ ਦੇ ਚਰਨ ਘੁੱਟਦੇ। ਫਿਰ 4 ਸਾਲ ਬੀਤ ਗਏ ਤਾਂ ਗੁਰੂ ਜੀ ਆਪ ਜੀ ਨੂੰ ਚੌਥਾ ਰੁਮਾਲ ਦਿੱਤਾ, ਜਿਸ ਨੂੰ ਆਪ ਜੀ ਨੇ ਪਹਿਲਿਆਂ ਵਾਂਗ ਹੀ ਸਿਰ ਤੇ ਬੰਨ੍ਹ ਲਿਆ। 5ਵੇਂ ਸਾਲ 5ਵਾਂ ਤੇ 6ਵੇਂ ਸਾਲ 6ਵਾਂ ਰੁਮਾਲ ਗੁਰੂ ਜੀ ਨੇ ਆਪ ਜੀ ਨੂੰ ਦਿੱਤਾ ਅਤੇ 7ਵੇਂ ਸਾਲ 7ਵਾਂ, ਜੋ ਆਪ ਜੀ ਇੱਕ ਦੂਜੇ ਦੇ ਉੱਪਰ ਹੀ ਬੰਨੀ ਗਏ। ਹੁਣ ਆਪ ਜੀ ਨੂੰ ਹਿਰਦੇ ਵਿੱਚ ਕੁਝ ਗਿਆਨ ਦਾ ਪ੍ਰਕਾਸ਼ ਵੀ ਹੋ ਗਿਆ, ਜਿਸ ਨਾਲ ਕਰਾਮਾਤ ਦੀ ਸ਼ਕਤੀ ਹੋ ਗਈ ਅਤੇ ਮਨ ਵਿੱਚ ਸਿੱਧੀਆਂ ਫੁਰਨ ਲੱਗ ਪਈਆਂ। ਇੱਕ ਦਿਨ ਜਦ ਗੁਰੂ ਜੀ ਵਿਸ਼ਰਾਮ ਕਰ ਰਹੇ ਸਨ ਤਾਂ ਆਪ ਜੀ ਨੇ ਵੇਖਿਆ ਕਿ ਗੁਰੂ ਜੀ ਦੇ ਪੈਰ ਦਾ ਅੰਗੂਠਾ ਸਦਾ ਹੀ ਸਿਮਦਾ ਰਹਿੰਦਾ ਹੈ, ਜਿਸ ਨਾਲ ਆਪ ਜੀ ਨੂੰ ਸਦਾ ਕਸ਼ਟ ਰਹਿੰਦਾ ਹੈ। ਇਹ ਨਹੀਂ ਹੋਣਾ ਚਾਹੀਦਾ। ਇਹ ਵਿਚਾਰ ਕੇ ਆਪ ਜੀ ਨੇ ਆਪਣੀ ਸ਼ਕਤੀ ਨਾਲ ਗੁਰੂ ਜੀ ਦੇ ਅੰਗੂਠੇ ਦਾ ਰੋਗ ਦੂਰ ਕੀਤਾ। ਇਸ ਨੂੰ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਨੀਂਦ ਤੋਂ ਉੱਠ ਕੇ ਵੇਖਿਆ ਤਾਂ ਆਪ ਜੀ ਨੇ ਕਿਹਾ, ਪੁਰਖਾ ਤੂੰ ਇਹ ਕੀ ਕੀਤਾ ਹੈ? ਤੇਰੇ ਪਾਸੋਂ ਥੋੜੀ ਜਿੰਨੀ ਸ਼ਕਤੀ ਵੀ ਸਹਾਰੀ ਨਹੀਂ ਜਾਂਦੀ। ਇਹਨਾਂ ਪੈਰਾਂ ਤੇ ਲੋਕੀਨਾਥ ਸ੍ਰੀ ਗੁਰੂ ਨਾਨਕ ਜੀ ਨੇ ਸਾਨੂੰ ਗੁਰਤਾ ਗੱਦੀ ਦੇਣ ਸਮੇਂ ਸੀਸ ਨਵਾਇਆ ਸੀ, ਸੋ ਇਹਨਾਂ ਨੂੰ ਕਸ਼ਟ ਮਿਲਣਾ ਹੀ ਚਾਹੀਦਾ ਸੀ। ਤੂੰ ਇਹ ਰੋਗ ਕਿਉਂ ਹਟਾ ਦਿੱਤਾ ਹੈ? ਅੱਗੇ ਤੋਂ ਫਿਰ ਐਸਾ ਕੰਮ ਕਦੀ ਨਾ ਕਰਨਾ, ਭਾਵੇਂ ਕੁਝ ਹੋ ਜਾਵੇ। ਇਸ ਸਾਡੀ ਸਿੱਖਿਆ ਨੂੰ ਦ੍ਰਿੜ ਨਿਸ਼ਚੈ ਕਰ ਲਵੋ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਅਤੇ ਅੱਗੇ ਤੋਂ ਆਗਿਆ ਅਨੁਸਾਰ ਰਹਿਣ ਦਾ ਪ੍ਰਣ ਕੀਤਾ। ਸ੍ਰੀ ਅਮਰਦਾਸ ਜੀ ਇਸ ਤਨ ਮਨ ਨਾਲ 11 ਸਾਲ ਗੁਰੂ ਜੀ ਦੀ ਸੇਵਾ ਕਰਦੇ ਰਹੇ ਤੇ ਸਾਲ ਦੇ ਸਾਲ ਜੋ 1.5 ਗਜ ਦਾ ਰੁਮਾਲ ਆਪ ਜੀ ਨੂੰ ਬਖਸ਼ਿਸ਼ ਹੁੰਦਾ ਰਿਹਾ, ਉਹ ਆਪਣੇ ਸੀਸ ਉੱਪਰ ਹੀ ਰੱਸੀ ਨਾਲ ਘੁੱਟ ਕੇ ਬੰਨੀ ਜਾਂਦੇ ਰਹੇ।
ਇਹਨਾਂ ਰੁਮਾਲਾਂ ਦਾ ਇੱਕ ਵੱਡਾ ਮੰਡਾਸਾ ਆਪ ਜੀ ਦੇ ਸਿਰ ਉੱਤੇ ਵੱਜ ਗਿਆ। ਜਦ ਇਸ ਤਰ੍ਹਾਂ 12 ਸਾਲ ਕਠਿਨ ਸੇਵਾ ਕਰਦਿਆਂ ਨੂੰ ਬੀਤ ਗਏ ਤਾਂ ਆਪ ਜੀ ਦੇ ਹੱਥ ਪੈਰ ਵਿਆਈਆਂ ਨਾਲ ਫੁੱਟ ਗਏ ਅਤੇ ਸਰੀਰ ਬੜਾ ਕਮਜ਼ੋਰ ਤੇ ਕੋਝਾ ਜਿਹਾ ਹੋ ਗਿਆ। ਆਪ ਜੀ ਦਾ ਸਰੀਰ ਮਧਰਾ ਤੇ ਪਤਲਾ ਸੀ, ਜੋ ਬ੍ਰਿਧ ਅਵਸਥਾ ਹੋਣ ਦੇ ਕਾਰਨ ਬਹੁਤ ਨਿਰਬਲ ਹੋ ਚੁੱਕਾ ਸੀ। ਗਰਮੀ ਹੋਵੇ, ਸਰਦੀ ਹੋਵੇ ਅਥਵਾ ਵਰਖਾ ਹੋਵੇ, ਆਪ ਜੀ ਸਦਾ ਇੱਕਸਾਰ ਸੇਵਾ ਵਿੱਚ ਜੁਟੇ ਰਹਿੰਦੇ ਸਨ। ਆਪ ਜੀ ਦੀ ਇਸ ਤਰ੍ਹਾਂ ਦੀ ਕਠਿਨ ਸੇਵਾ ਵੇਖ ਕੇ ਲੋਕ ਬਹੁਤ ਹੈਰਾਨ ਹੁੰਦੇ ਸਨ ਅਤੇ ਕੁਝ ਲੋਕ ਆਪ ਜੀ ਤੇ ਹੱਸਦੇ ਸਨ ਕਿ ਘਰੋਂ ਬਾਹਰੋਂ ਨਿਕਲ ਕੇ ਟੁਕੜੇ ਖਾਣ ਵਾਸਤੇ ਬੈਠਾ ਹੋਇਆ ਹੈ, ਇਸ ਦਾ ਕੋਈ ਥਾਂ ਟਿਕਾਣਾ ਨਹੀਂ ਰਿਹਾ, ਇੱਥੇ ਆਣ ਟਿਕਿਆ ਹੈ। ਰੋਟੀ ਖਾਣ ਵਾਸਤੇ ਹੀ ਸਾਰਿਆਂ ਦੇ ਅੱਗੇ ਪਿੱਛੇ ਹੋ ਕੇ ਸੇਵਾ ਕਰਦਾ ਫਿਰਦਾ ਹੈ। ਸਿੱਖਾਂ ਅਤੇ ਨਿੰਦਕਾਂ ਪਾਸੋਂ ਐਸੇ ਨਿਰਾਦਰੀ ਦੇ ਬਚਨ ਸੁਣ ਕੇ ਆਪ ਜੀ ਕਦੇ ਵੀ ਕਿਸੇ ਤਰ੍ਹਾਂ ਦਾ ਗੁੱਸਾ ਨਹੀਂ ਕਰਦੇ ਸਨ। ਆਪ ਜੀ ਦਾ ਧਿਆਨ ਕੇਵਲ ਤੇ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਇੱਕ ਸੇਵਾ ਵਿੱਚ ਹੀ ਲੱਗਾ ਰਹਿੰਦਾ ਸੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ।